Hello students, this is Jagdeep Singh. So which chapter we are studying? This is the second English chapter of the 8th PSCB class. We completed first two pages of this chapter. Say no. So what was the story of the first two pages? ਉੱਥੇ ਇੱਕ ਗੋਪਾਲ ਨਾਂ ਦਾ ਬੀਟੀ ਬਾਰਬਰ ਸੀ, ਬਹੁਤ ਬੁੱਧੀਮਾਨ ਨਾਈ ਸੀ ਜੋ ਕਿ ਰਾਜਾ ਨੂੰ ਸਲਾਹ ਦਿੰਦਾ ਸੀ ਤੇ ਰਾਜਾ ਉਸਦੀ ਕਦੇ ਵੀ ਗੱਲ ਨਹੀਂ ਮੋੜਦਾ ਸੀ। ਪਰ ਜਿਹੜੇ ਦਰਬਾਰੀ ਸੀ ਤੇ ਮੰਤਰੀ ਸੀ ਰਾਜ ਦਰਬਾਰ ਦੇ, ਉਹ ਉੱਥੋਂ ਈਰਖਾ ਕਰਦੇ ਸੀ ਕਿਸ ਤੋਂ? ਗੋਪਾਲ ਤੋਂ। ਪਰ ਜਦੋਂ ਉਹਨਾਂ ਨੇ ਮੰਤਰੀਆਂ ਤੇ ਦਰਬਾਰੀਆਂ ਨੇ ਰਾਜੇ ਨੂੰ ਮਨਾ ਲਿਆ ਕਿ ਤੁਸੀਂ ਇੱਕ ਵਾਰੀ ਨੋ ਕਹਿ ਤੇ ਉਹ ਤੁਹਾਡੀ ਕਦੇ ਵੀ ਕੋਈ ਸਲਾਹ ਨਹੀਂ ਦੇਵੇਗਾ, ਤਾਂ ਉਹ ਨੋ ਕਹਿ ਦਿੰਦਾ ਹੈਗਾ ਹਰੇਕ ਗੱਲ 'ਤੇ। ਅਤੇ ਇਸ ਗੱਲ 'ਤੇ ਜੋ ਗੋਪਾਲ ਹੈ ਉਹ ਸੋਚਦਾ ਵੀ ਕਿ ਉਸ ਨਾਲ ਕੋਈ ਖੇਡ ਖੇਡੀ ਜਾ ਰਹੀ ਹੈ ਅਤੇ ਉਹ ਉਸ ਜੋ ਵੀ ਉਹਦੇ ਨਾਲ ਖੇਡਿਆ ਜਾ ਰਿਹਾ ਹੁੰਦਾ ਉਸ ਨੂੰ ਉਹਨੂੰ ਉਲਟਾਉਣ ਦਾ ਇੱਕ ਰਾਈਟ ਅਪੋਰਚੁਨਿਟੀ ਨੂੰ ਲੱਭਣ 'ਤੇ ਖੜ੍ਹ ਜਾਂਦਾ, ਮਤਲਬ ਵੇਟ ਕਰਨ ਲੱਗ ਜਾਂਦਾ। ਸੋ ਨਾਓ ਆਪਾਂ ਹੁਣ ਅੱਗੇ ਵਧਦੇ ਹਾਂ। ਵੈਨ ਆਲ ਡਿਸਕਸ਼ਨਸ ਵਾਜ਼ ਓਵਰ, ਜਦੋਂ ਸਾਰੀਆਂ ਸਲਾਹਾਂ ਬੰਦ ਹੋ ਗਈਆਂ, ਗੋਪਾਲ ਸਟੈਪਡ ਫਾਰਵਰਡ ਐਂਡ ਸੈਡ, ਓ ਕਿੰਗ। ਗੋਪਾਲ ਅੱਗੇ ਆਇਆ ਅਤੇ ਉਸਨੇ ਕਿਹਾ, ਉਹ ਰਾਜਾ, ਯੂ ਆਰ ਗ੍ਰੇਟ, ਤੁਸੀਂ ਮਹਾਨ ਹੋ, ਬਟ ਵਿਦਾਊਟ ਦਿਸ ਮਿਨਿਸਟਰਸ ਐਂਡ ਕੋਰਟੀਅਰਸ ਆਫ ਯੂਅਰਸ, ਪਰ ਜਿਹੜੇ ਤੁਹਾਡੇ ਇਹ ਮੰਤਰੀ ਨੇ ਅਤੇ ਰਾਜ ਦਰਬਾਰੀ ਨੇ, ਇਹਨਾਂ ਤੋਂ ਬਿਨਾਂ ਆਈ ਡੋਂਟ ਥਿੰਕ ਯੂ ਵੁੱਡ ਬੀ ਏਬਲ ਟੂ ਮੈਨੇਜ ਯੂਅਰ ਕਿੰਗਡਮ। ਅਤੇ ਮੈਨੂੰ ਇਹ ਨਹੀਂ ਲੱਗਦਾ ਕਿ ਤੁਸੀਂ ਆਪਣੇ ਕਿੰਗਡਮ ਨੂੰ ਮੈਨੇਜ ਕਰ ਸਕਦੇ ਹੋ ਇਹਨਾਂ ਸਭ ਤੋਂ ਬਿਨਾਂ। ਸੋ ਆਈ ਰਿਕੁਐਸਟ ਯੂ ਟੂ ਗਿਵ ਦੈਮ ਈਚ ਅ ਸਪੈਸ਼ਲ ਰਿਵਾਰਡ ਆਫ 500 ਗੋਲਡ ਕੋਇਨਸ, ਕਿ ਮੈਂ ਤੁਹਾਨੂੰ ਇਹ ਰਿਕੁਐਸਟ ਕਰਦਾ ਕਿ ਤੁਸੀਂ ਹਰ ਇੱਕ ਨੂੰ 500 ਸੋਨੇ ਦੀਆਂ ਮੋਹਰਾਂ ਦਿਓ। ਦ ਮਿਨਿਸਟਰਸ ਐਂਡ ਕੋਰਟੀਅਰਸ ਵਰ ਓਵਰ ਇੰਜੋਇਡ ਟੂ ਹੀਅਰ ਦਿਸ, ਮੀਨ ਜਿਹੜੇ ਮਿਨਿਸਟਰ ਸੀ ਅਤੇ ਰਾਜ ਦਰਬਾਰੀ ਸੀ ਅਤੇ ਮੰਤਰੀ ਸੀ, ਉਹ ਇਸ ਨੂੰ ਬਹੁਤ ਖੁਸ਼ੀ ਨਾਲ ਮੰਨਣ ਲੱਗੇ ਕਿ ਹਾਂ ਸਾਨੂੰ ਮਿਲਣਗੀਆਂ। ਦੇ ਕੁਡ ਨਾਟ ਬਲੀਵ ਦੀਅਰ ਈਅਰਸ, ਉਹਨਾਂ ਨੂੰ ਆਪਣੇ ਕੰਨਾਂ 'ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਹੈਡ ਗੋਪਾਲ ਗੋਨ ਮੈਡ, ਉਹ ਸੋਚਦੇ ਸੀ ਕਿ ਜਿਹੜਾ ਗੋਪਾਲ ਹੈ ਉਹ ਪਾਗਲ ਹੋ ਗਿਆ। ਵਾਈ ਵਾਜ਼ ਹੀ ਪ੍ਰੇਜ਼ਿੰਗ ਦੈਮ, ਕਿ ਉਹ ਉਹਨਾਂ ਦੀ ਉਹਨਾਂ ਨੂੰ ਪ੍ਰਸ਼ੰਸਾ ਕਿਉਂ ਕਰ ਰਿਹਾ ਉਹਨਾਂ ਦੀ। ਵਾਈ ਵਾਜ਼ ਹੀ ਟਰਾਈਂਗ ਟੂ ਹੈਲਪ ਦੈਮ, ਉਹਨਾਂ ਦੀ ਮਦਦ ਕਿਉਂ ਕਰ ਰਿਹਾ, ਕਿਉਂਕਿ ਉਹਨਾਂ ਦੇ ਆਪਸ ਵਿੱਚ ਤਾਂ ਬਣਦੀ ਨਹੀਂ ਸੀ। ਸੋ ਉਹ ਸੋਚਦੇ ਸੀ ਕਿ ਗੋਪਾਲ ਉਹਨਾਂ ਦੀ ਮਦਦ ਕਿਉਂ ਕਰ ਰਿਹਾ। ਹਾਊਐਵਰ ਦੇ ਵਰ ਆਲ ਹੈਪੀ ਐਟ ਥਾਟ ਆਫ ਗੈਟਿੰਗ 500 ਗੋਲਡ ਕੋਇਨਸ, ਭਾਵੇਂ ਕਿ ਉਹਨਾਂ ਨੂੰ ਉਹ ਬਹੁਤ ਖੁਸ਼ ਸੀ, ਕਿਉਂਕਿ ਜੋ ਗੋਪਾਲ ਕਹਿ ਰਿਹਾ ਸੀ ਇਸ ਗੱਲ 'ਤੇ ਉਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਸੀ ਕਿ ਉਹਨਾਂ ਨੂੰ 500 ਸੋਨੇ ਦੀਆਂ ਮੋਹਰਾਂ ਮਿਲਣਗੀਆਂ। ਬਟ ਦੇ ਹੈਡ ਫੋਰਗੇਟਨ, ਪਰ ਉਹ ਭੁੱਲ ਗਏ ਸੀ ਵਟ ਦੇ ਹੈਡ ਦੈਮਸੈਲਵਸ ਵਾਂਟਡ ਦ ਕਿੰਗ ਟੂ ਡੂ, ਕਿ ਰਾਜੇ ਨੂੰ ਉਹਨਾਂ ਨੇ ਕੀ ਕਰਨ ਲਈ ਕਿਹਾ ਸੀਗਾ, ਕਿ ਗੋਪਾਲ ਨੂੰ ਹਮੇਸ਼ਾ ਕੀ ਕਹਿਣੀ ਹੈ, ਨਾ ਕਹਿਣੀ ਹੈ। ਦ ਕਿੰਗ ਲੁਕਡ ਐਟ ਦ ਗੋਪਾਲ, ਰਾਜਾ ਸੀ ਜਿਹੜਾ ਉਹ ਉਸਨੇ ਗੋਪਾਲ ਵੱਲ ਵੇਖਿਆ ਐਂਡ ਸੈਡ ਫਰਮਲੀ ਨੋ, ਅਤੇ ਉਸਨੇ ਘੜਿਆ ਘੜਾਇਆ ਜਵਾਬ ਕੀ ਦਿੱਤਾ। ਫਰਮਲੀ ਦਾ ਮਤਲਬ ਹੁੰਦਾ ਪਹਿਲਾਂ ਤੋਂ ਘੜਿਆ ਘੜਾਇਆ ਜਵਾਬ ਨੋ ਕਹਿਤਾ। ਦ ਮਿਨਿਸਟਰਸ ਐਂਡ ਕੋਰਟੀਅਰਸ ਵਰ ਆਲ ਵੈਰੀ ਸੈਡ ਟੂ ਹੀਅਰ ਦਿਸ, ਜਿਹੜੇ ਮਿਨਿਸਟਰ ਸੀ ਅਤੇ ਰਾਜ ਦਰਬਾਰੀ ਸੀ ਇਸ ਨੂੰ ਸੁਣ ਕੇ ਬੁਰੀ ਤਰ੍ਹਾਂ ਨਿਰਾਸ਼ ਹੋ ਗਏ, ਸੈਡ ਹੋ ਗਏ। ਗੋਪਾਲ ਕੰਟੀਨਿਊਡ, ਗੋਪਾਲ ਨੇ ਜਾਰੀ ਰੱਖਿਆ, ਯੂਅਰ ਮੈਜੈਸਟੀ, ਮੇਰੇ ਰਾਜਾ, ਇਫ ਦੈਟਸ ਨਾਟ ਪੋਸੀਬਲ, ਜੇ ਉਹ ਇਹ ਗੱਲ ਪੋਸੀਬਲ ਨਹੀਂ ਹੈ, ਆਈ ਵੁੱਡ ਰਿਕੁਐਸਟ ਯੂ ਟੂ ਗਿਵ ਦੈਮ ਈਚ ਅ ਫਰਟਾਈਲ ਪੀਸ ਆਫ ਲੈਂਡ ਇਨ ਯੂਅਰ ਕਿੰਗਡਮ, ਤਾਂ ਮੈਂ ਤੁਹਾਨੂੰ ਇਹ ਪ੍ਰਾਰਥਨਾ ਕਰਦਾ ਕਿ ਤੁਸੀਂ ਉਹਨਾਂ ਨੂੰ ਇੱਕ ਉਪਜਾਊ ਧਰਤੀ ਦਾ ਆਪਣੇ ਕਿੰਗਡਮ ਦੇ ਵਿੱਚ, ਆਪਣੇ ਰਾਜ ਦਰਬਾਰ ਦੇ ਵਿੱਚ, ਆਪਣਾ ਜਿਹੜਾ ਤੁਹਾਡਾ ਸਾਰਾ ਉਹ ਸਿਸਟਮ ਹੈ ਉਹਦੇ ਵਿੱਚ ਇੱਕ ਇੱਕ ਉਪਜਾਊ ਧਰਤੀ ਦਾ ਪੀਸ ਦੇ ਦਿਓ। ਫਰਟਾਈਲ ਹੁੰਦਾ ਉਪਜਾਊ। ਵਨਸ ਅਗੇਨ ਮਿਨਿਸਟਰਸ ਐਂਡ ਕੋਰਟੀਅਰਸ ਲੁਕਡ ਹੈਪੀ, ਉਹਨਾਂ ਨੂੰ ਪਤਾ ਲੱਗ ਗਿਆ ਕਿ ਹਾਂ ਹੁਣ ਸਾਨੂੰ ਸ਼ਾਇਦ ਇੱਕ ਇੱਕ ਪੀਸ ਮਿਲ ਜੇ, ਉਪਜਾਊ ਧਰਤੀ ਦਾ ਥੋੜ੍ਹਾ ਥੋੜ੍ਹਾ ਟੁਕੜਾ ਮਿਲ ਜੇ। ਉਹ ਫਿਰ ਖੁਸ਼ ਹੋ ਗਏ। ਬਟ ਦ ਕਿੰਗ ਸ਼ਾਊਟਡ ਬੈਕ ਨੋ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਸਨੂੰ ਹਮੇਸ਼ਾ ਨਾ ਕਹਿਣੀ ਹੈ, ਤਾਂ ਕਿੰਗ ਸੀ ਜਿਹੜਾ ਉਹ ਉੱਚੀ ਤਰ੍ਹਾਂ ਬੋਲਿਆ ਨਹੀਂ। ਦ ਮਿਨਿਸਟਰਸ ਐਂਡ ਕੋਰਟੀਅਰਸ ਵਰ ਆਲਮੋਸਟ ਇਨ ਟੀਅਰਸ ਟੂ ਹੀਅਰ ਦਿਸ, ਉਹ ਲਗਭਗ ਉਹਨਾਂ ਦੇ ਹੰਝੂ ਆ ਗਏ ਸੀ ਜਦੋਂ ਉਹਨਾਂ ਨੇ ਸੁਣਿਆ ਕਿ ਨਹੀਂ ਇਹ ਵੀ ਨਹੀਂ ਮਿਲਦਾ। ਵਾਈ ਨਾਓ ਦ ਕਿੰਗ ਹੈਡ ਰਿਅਲਾਈਜ਼ਡ ਦੈਟ ਗੋਪਾਲ ਨਿਊ ਵਟ ਦ ਮਿਨਿਸਟਰਸ ਐਂਡ ਕੋਰਟੀਅਰਸ ਹੈਡ ਪਲੈਨਡ, ਹੁਣ ਰਾਜੇ ਨੂੰ ਵੀ ਪਤਾ ਚੱਲ ਗਿਆ ਸੀ ਕਿ ਗੋਪਾਲ ਨੂੰ ਪਤਾ ਚੱਲ ਗਿਆ ਕਿ ਮਿਨਿਸਟਰ ਅਤੇ ਮੰਤਰੀਆਂ ਅਤੇ ਰਾਜ ਦਰਬਾਰੀਆਂ ਨੇ ਕੀ ਪਲਾਨ ਕੀਤਾ ਸੀ, ਕਿਉਂਕਿ ਉਸਨੇ 2 ਵਾਰੀ ਇਹੀ ਗੱਲ ਕਹੀ ਸੀ ਜੋ ਮੰਤਰੀਆਂ ਅਤੇ ਰਾਜ ਦਰਬਾਰੀਆਂ ਦੇ ਹੱਕ ਵਿੱਚ ਸੀ, ਅਤੇ ਇਸ ਗੱਲ ਦਾ ਮਤਲਬ ਰਾਜੇ ਨੂੰ ਪਤਾ ਚੱਲ ਗਿਆ ਸੀ। ਹੀ ਸਮਾਈਲਡ, ਉਹ ਹੱਸਿਆ, ਉਸਨੇ ਸਮਾਈਲ ਕੀਤੀ। ਟੂ ਥਿੰਕ ਗੋਪਾਲ ਵਿਲ ਨਾਓ ਸ਼ੋ ਦੈਮ ਹਾਊ ਕਲੈਵਰ ਬੀਟੀ ਹੀ ਰਿਮੇਨਸ, ਹੁਣ ਰਾਜਾ ਹੱਸਿਆ, ਕਿਸ ਗੱਲ 'ਤੇ ਹੱਸਿਆ ਕਿ ਹੁਣ ਗੋਪਾਲ ਸ਼ੋਅ ਕਰੇਗਾ, ਦਿਖਾਵੇਗਾ ਕਿ ਉਹ ਕਿੰਨਾ ਬੁੱਧੀਮਾਨ ਅਤੇ ਹੁਸ਼ਿਆਰ ਹੈ, ਕਿੰਨਾ ਕਲੈਵਰ ਹੈ, ਕਿੰਨਾ ਚਲਾਕ ਹੈ। ਈਵਨ ਇਫ ਆਈ ਸੇ ਨੋ ਵਟ ਹੀ ਸੇਜ, ਈਵਨ ਕਿ ਜੇ ਮੈਂ ਨਾ ਵੀ ਕਹਾਂ ਤਾਂ ਵੀ ਉਹ ਦਿਖਾ ਦੇਵੇਗਾ ਕਿ ਕਿੰਨਾ ਕਲੈਵਰ ਹੈ ਅਤੇ ਕਿੰਨਾ ਵਿਟੀ ਹੈ। ਐਟ ਲਾਸਟ ਗੋਪਾਲ ਸੈਡ, ਓ ਕਿੰਗ, ਅੰਤ ਵਿੱਚ ਗੋਪਾਲ ਨੇ ਕਿਹਾ, ਉਹ ਮੇਰੇ ਰਾਜਾ,
But I would request you not to ask your ministers and courtiers to work like farmers in your field. ਤੁਸੀਂ ਨੇ ਕਿਹਾ ਕਿ ਮੈਂ ਤੁਹਾਨੂੰ ਪ੍ਰਾਰਥਨਾ ਕਰਦਾ ਕਿ ਤੁਸੀਂ ਆਪਣੇ ਜਿਹੜੇ ਮੰਤਰੀ ਨੇ ਤੇ ਰਾਜ ਦਰਬਾਰੀ ਨੇ ਉਹਨਾਂ ਨੂੰ ਕਹੋ ਕਿ ਤੁਹਾਡੇ ਖੇਤਾਂ ਵਿੱਚ ਕੰਮ ਕਰਨ। ਫੀਲਡਸ ਹੁੰਦਾ ਆਪਣੇ ਜਿਹੜੇ ਖੇਤ ਹੁੰਦੇ ਨੇ ਉਹਨਾਂ ਵਿੱਚ ਕੰਮ ਕਰਨਾ, ਕਿਸ ਦੀ ਤਰ੍ਹਾਂ? ਕਿਸਾਨਾਂ ਦੀ ਤਰ੍ਹਾਂ ਕੰਮ ਕਰਨਾ। ਦ ਕਿੰਗ ਸਪੋਜ਼ਡ ਹਿਜ਼ ਲਾਫਟਰ ਐਂਡ ਸੈਡ, ਜਿਹੜਾ ਕਿੰਗ ਸੀ suppressed ਦ ਕਿੰਗ suppressed ਹਿਜ਼ ਲਾਫਟਰ ਐਂਡ ਸੈਡ। suppressed ਦਾ ਮਤਲਬ ਕਿ ਉਹ ਆਪਣੇ ਹਾਸੇ ਨੂੰ ਰੋਕ ਨਹੀਂ ਸਕਿਆ ਤੇ ਉਸਨੇ ਕਿਹਾ, suppressed ਦਾ ਮਤਲਬ ਕਿਸੇ ਚੀਜ਼ ਨੂੰ ਰੋਕ ਨਾ ਸਕਣਾ। ਐਂਡ ਸੈਡ ਤੇ ਉਸਨੇ ਕਿਹਾ, no, I will ask them to work in my fields daily. No, ਮੈਂ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਡੇਲੀ ਕੰਮ ਕਰਨ ਲਈ ਨਹੀਂ ਕਹਾਂਗਾ। The ministers fell at the king's feet and said, ਜਿਹੜੇ ਰਾਜ ਦਰਬਾਰੀ ਮੰਤਰੀ ਸੀ ਉਹ ਰਾਜੇ ਦੇ ਪੈਰਾਂ ਵਿੱਚ ਆ ਕੇ ਡਿੱਗੇ। ਓ ਕਿੰਗ, ਮੇਰੇ ਰਾਜਾ, we are all very sorry, ਅਸੀਂ ਬਹੁਤ ਜ਼ਿਆਦਾ ਸੌਰੀ ਫੀਲ ਕਰਦੇ ਹਾਂ, ਮੀਨਸ ਤੁਹਾਡੇ ਤੋਂ ਮਾਫੀ ਮੰਗਦੇ ਹਾਂ। we are really very sorry, ਅਸੀਂ ਬਹੁਤ ਜ਼ਿਆਦਾ ਮਾਫੀ ਮੰਗਦੇ ਹਾਂ। now we know how clever and witty ਗੋਪਾਲ is, ਅਸੀਂ ਹੁਣ ਜਾਣਦੇ ਹਾਂ ਕਿ ਜਿਹੜਾ ਗੋਪਾਲ ਹੈ ਉਹ ਕਿੰਨਾ ਚਲਾਕ ਹੈ ਅਤੇ ਬੁੱਧੀਮਾਨ ਹੈ। ਪਲੀਜ਼ ਫੋਰਗਿਵ ਅਸ, ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ। ਬਿਫੋਰ ਦ ਕਿੰਗ ਕੁਡ ਸੇ ਐਨੀਥਿੰਗ, ਰਾਜੇ ਦੇ ਕੁਛ ਵੀ ਕਹਿਣ ਤੋਂ ਪਹਿਲਾਂ ਗੋਪਾਲ ਨੇ ਕਿਹਾ, ਯੂਅਰ ਮੈਜੈਸਟੀ, ਮੇਰੇ ਰਾਜਾ, ਆਈ ਥਿੰਕ ਯੂ ਸ਼ੁੱਡ ਫੋਰਗਿਵ ਦੈਮ, ਕਿ ਮੈਨੂੰ ਲੱਗਦਾ ਕਿ ਤੁਹਾਨੂੰ ਇਹਨਾਂ ਨੂੰ ਮਾਫ ਕਰ ਦੇਣਾ ਚਾਹੀਦਾ ਹੈ। ਪਰ ਫਿਰ ਉਹੀ ਗੱਲ ਆ ਗਈ, ਰਾਜੇ ਨੇ ਹਮੇਸ਼ਾ ਗੋਪਾਲ ਨੂੰ ਕੀ ਕਹਿਣਾ ਸੀ? ਨਹੀਂ, ਨੋ। ਦ ਕਿੰਗ ਅਗੇਨ ਸ਼ਾਊਟਡ ਬੈਕ, ਨੋ। ਰਾਜਾ ਫਿਰ ਉੱਚੀ ਦੇਣੇ ਬੋਲਿਆ। ਸ਼ਾਊਟਡ ਹੁੰਦਾ ਬਹੁਤ ਉੱਚੀ ਦੇਣੇ, ਐਂਗਰ ਦੇ ਵਿੱਚ ਬੋਲਣਾ। ਫਿਰ ਬੋਲਿਆ ਨਹੀਂ। ਐਟ ਵੰਸ ਆਲ ਮਿਨਿਸਟਰਸ ਐਂਡ ਕੋਰਟੀਅਰਸ ਗੋਟ ਅਪ, ਉਦੋਂ ਹੀ ਜਿਹੜੇ ਸਾਰੇ ਰਾਜ ਦਰਬਾਰੀ ਅਤੇ ਮੰਤਰੀ ਸੀ ਉਹ ਉੱਠੇ ਐਂਡ ਰੇਨ ਅਵੇ, ਅਤੇ ਦੂਰ ਭੱਜ ਗਏ। ਬੋਥ ਕਿੰਗ ਐਂਡ ਗੋਪਾਲ ਵਰਸਟ ਆਊਟ ਲਾਫਿੰਗ, ਜਿਹੜੇ ਫਿਰ ਰਾਜਾ ਅਤੇ ਜਿਹੜੇ ਗੋਪਾਲ ਸੀ ਉਹ ਉੱਚੀ ਉੱਚੀ ਹੱਸਣ ਲੱਗੇ। ਵਰਸਟ ਦਾ ਮਤਲਬ ਹੁੰਦਾ ਕਿ ਇੱਕੋ ਲਗਤ ਹੱਸਣਾ, ਕਿਸੇ ਚੀਜ਼ ਦਾ ਇੱਕੋ ਲਗਤ ਹੋਣਾ। ਨਾਓ ਦੇ ਨਿਊ ਦੈਟ, ਨਾ ਹੁਣ ਉਹ ਜਾਣਦੇ ਸੀ ਦ ਜੈਲਸ ਮਿਨਿਸਟਰਸ ਐਜ਼ ਵੈਲ ਐਜ਼ ਕੋਰਟੀਅਰਸ ਹੈਡ ਲਰਨਡ ਦੇਅਰ ਲੈਸਨ, ਕਿ ਹੁਣ ਉਹ ਜਿਹੜੇ ਰਾਜ ਦਰਬਾਰੀ ਨੇ ਅਤੇ ਮੰਤਰੀ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਸਿੱਖਿਆ, ਉਹਨਾਂ ਦਾ ਲੈਸਨ ਉਹ ਮਿਲ ਚੁੱਕਿਆ। ਸੋ ਬੇਸਿਕਲੀ ਕੀ ਸੀ ਕਿ ਮਿਨਿਸਟਰ ਅਤੇ ਰਾਜ ਦਰਬਾਰੀ ਸੀ ਉਹ ਗੋਪਾਲ ਤੋਂ ਈਰਖਾ ਕਰਦੇ ਸੀ। ਉਹਨਾਂ ਨੇ ਰਾਜੇ ਨੂੰ ਕਿਹਾ ਕਿ ਉਹ ਉਸਨੂੰ ਹਮੇਸ਼ਾ ਹੀ ਹਾਂ ਕਰਦਾ, ਕੁਛ ਵੀ ਗੋਪਾਲ ਕਹਿੰਦਾ ਤੁਸੀਂ ਉਸਨੂੰ ਹਾਂ ਕਰ ਦਿੰਦੇ ਹੋ, ਤਾਂ ਤੁਹਾਨੂੰ ਉਸਨੂੰ ਨਾ ਕਰਨੀ ਚਾਹੀਦੀ ਹੈ, ਤਾਂ ਦੇਖਿਓ ਕਿ ਉਹ ਤੁਹਾਨੂੰ ਸਲਾਹ ਦੇਵੇਗਾ ਜਾਂ ਨਹੀਂ। ਸੋ ਰਾਜੇ ਨੇ ਨਾ ਕਰਨੀ ਸ਼ੁਰੂ ਕਰ ਦਿੱਤੀ। ਪਹਿਲਾਂ ਗੋਪਾਲ ਨੂੰ ਬਹੁਤ ਸਰਪ੍ਰਾਈਜ਼ ਲੱਗਿਆ, ਬਹੁਤ ਸ਼ੌਕ ਲੱਗਿਆ, ਪਰ ਅੰਤ ਵਿੱਚ ਗੋਪਾਲ ਸਮਝ ਗਿਆ ਕਿ ਕੀ ਚੱਲ ਰਿਹਾ। ਤਾਂ ਗੋਪਾਲ ਨੇ ਜਦੋਂ ਸਾਰੀ ਡਿਸਕਸ਼ਨ ਬੰਦ ਹੋ ਗਈ ਤਾਂ ਇਹੋ ਜਿਹੇ ਕੁਐਸਚਨ ਕੀਤੇ ਜੋ ਰਾਜ ਦਰਬਾਰੀਆਂ ਅਤੇ ਮਿਨਿਸਟਰਸ ਦੇ ਹੱਕ ਵਿੱਚ ਸੀ। ਤਾਂ ਉਹ ਹੌਲੀ ਹੌਲੀ ਇਸ ਗੱਲ ਨੂੰ ਅੱਗੇ ਲਿਆਂਦਾ ਗਿਆ। ਤਾਂ ਅੰਤ ਵਿੱਚ ਰਾਜੇ ਨੂੰ ਮਹਿਸੂਸ ਹੋ ਗਿਆ ਕਿ ਗੋਪਾਲ ਨੂੰ ਪਤਾ ਚੱਲ ਗਿਆ ਗੱਲ ਦਾ, ਤਾਂ ਉਸਨੇ ਉਹਨਾਂ ਨੂੰ ਸਬਕ ਸਿਖਾ ਦਿੱਤਾ। ਸੋ ਦਿਸ ਵਾਜ਼ ਦਾ ਸਟੋਰੀ, ਦਿਸ ਇਜ਼ ਵੈਰੀ ਇੰਟਰਸਟਿੰਗ ਸਟੋਰੀ। And I also gave you some homework when I told you the first 2 pages of the story. First work is this, and then I also give you first 5 questions you had to write on your fair notebooks. Now what you have to do, you have to write 6th, 7th, 8th, 9th and 10th, this next 5 questions on your fair notebook. So here are the answers. If you want to take help, let me show you. Yes, these are the 6th, 7th. Firstly, these are the 6th and 7th question. You can pause the video to write the answers. Then here are the 8th, 9th and 10th question. 8th, 9th and 10th. You can pause the video to write these questions. So hope you understand the lecture perfectly and clearly. Now you have to write all the 10 questions. I hope you wrote the first 5 questions. Now you have to write the next 5 questions. So hope you understand the chapter. Thank you very much.